हाँ जी, स्वागत है जी तुहाडा सारिਆਂ ਦਾ ਸਾਡੇ YouTube चैनल एग्जाम स्टडी विद जॉब अलर्ट ਵਿੱਚ मास्टर केडर हिस्टरी चैप्टर ਇਹਦਾ 13 ਦਿੱਲੀ सल्तनत ਅੱਜ ਦਾ ਸਾਡਾ टॉपिक है। ਇਹਦੇ ਵਿੱਚ ਜੋ ਵੀ ਸ਼ਾਸਕ ਹੋਏ ਨੇ ਕੁਤਬਦੀਨ ਐਬਕ ਤੋਂ ਲੈ ਕੇ ਕੈਮਰੂਸ ਤੱਕ ਇਹਨਾਂ ਬਾਰੇ ਅਸੀਂ ਵਿਸਤਾਰ ਸਹਿਤ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰਾਂਗੇ ਇਸ 13ਵੇਂ ਚੈਪਟਰ ਦੇ ਵਿੱਚ। ਬਾਕੀ ਦੇ ਚੈਪਟਰ ਹੈ ਤੁਸੀਂ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ। ਪਲੇਲਿਸਟ ਦਾ ਲਿੰਕ ਹੈ ਜੋ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਅਸੀਂ लगा दिता है। किहड़े शासक ने किहड़े काम करे सी, किहड़े हमले करे सी, सारिਆਂ ਦੀ विस्तार सहित जानकारी सी ਤੁਹਾਨੂੰ देवांगे। सो चैनल ਨੂੰ सबसक्राइब जरूर कर लिओ ਤਾਂ ਕਿ ਤੁਹਾਨੂੰ ਅਸੀਂ ਜਦੋਂ ਵੀਡੀਓ ਅਪਲੋਡ ਕਰੀਏ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਹੈ ਜੋ ਮਿਲ ਸਕੇ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ ਪਹਿਲਾਂ ਸੀ ਗੱਲ ਜਿਹੜੀ ਸਿਕੰਦਰ ਦੀ ਕਰਾਂਗੇ ਜੋ ਯੂਨਾਨੀ ਸ਼ਾਸਕ ਸੀਗਾ। ਇਸ ਤੋਂ ਬਾਅਦ ਦਿੱਲੀ ਸਲਤਨਤ ਦੇ ਸ਼ਾਸਕ ਨੇ ਜਿਹੜੇ ਉਹ ਸਟਾਰਟ ਹੋਣਗੇ। ਸਿਕੰਦਰ ਦਾ ਜਨਮ ਜਿਹੜਾ 356 ਵੀਸੀ ਦੇ ਵਿੱਚ ਹੋਇਆ ਸੀ। ਇਸ ਦੇ ਪਿਤਾ ਦਾ ਨਾਮ ਫਿਲਿਪ ਸੀਗਾ। ਸਿਕੰਦਰ ਸੀ ਜਿਹੜਾ ਉਹ ਮਕਦੂਨੀਆ ਦਾ ਸ਼ਾਸਕ ਸੀ ਅਤੇ ਯੂਨਾਨੀ ਸੀ। ਫਿਲਿਪ ਹੈ ਜੋ ਯਾਨੀ ਕਿ ਸਿਕੰਦਰ ਦੇ ਪਿਤਾ, ਇਹਨਾਂ ਦੀ ਮੌਤ ਤੋਂ ਬਾਅਦ ਸੀਗਾ ਜਿਹੜਾ ਸਿਕੰਦਰ ਸ਼ਾਸਕ ਬਣਿਆ ਸੀ, ਗੱਦੀ ਤੇ ਬੈਠਾ ਸੀਗਾ। ਫਿਲਿਪ ਦੀ ਮੌਤ 329 ਵੀਸੀ ਵਿੱਚ ਹੋ ਗਈ ਸੀ। 326 ਵੀਸੀ ਵਿੱਚ ਸਿਕੰਦਰ ਨੇ ਭਾਰਤ ਤੇ ਸਭ ਤੋਂ ਪਹਿਲਾਂ ਹਮਲਾ ਕੀਤਾ ਸੀਗਾ। ਭਾਰਤ ਦੇ ਹਮਲੇ ਸਮੇਂ ਪੰਜਾਬ ਦਾ ਰਾਜਾ ਅੰਬੀ ਸੀ। ਮਗਧ ਦਾ ਰਾਜਾ ਧਨਾਨੰਦ ਸੀ। ਸਿਕੰਦਰ ਨੇ ਸੀ ਜਿਹੜੀ ਉਹ ਰਾਜੇ ਪੋਰਸ ਨਾਲ ਲੜਾਈ ਲੜੀ ਸੀ। ਲੜਾਈ ਦਾ ਨਾਮ ਸੀਗਾ ਹਾਈਡੈਸਪਸ ਦਾ ਯੁੱਧ, ਯਾਨੀ ਕਿ ਜੇਲਮ ਜਾਂ ਵਿਤਸਤਾ ਨਦੀ ਨੂੰ ਗ੍ਰੀਕ ਭਾਸ਼ਾ ਵਿੱਚ ਹਾਈਡੈਸਪਸ ਕਿਹਾ ਜਾਂਦਾ ਹੈ। ਇਸ ਯੁੱਧ ਵਿੱਚ ਹੈ ਜੋ ਸਿਕੰਦਰ ਜੇਤੂ ਰਿਹਾ ਸੀਗਾ। ਸਿਕੰਦਰ ਦੇ ਗੁਰੂ ਦਾ ਨਾਮ ਅਰਸਤੂ ਅਤੇ ਅਰਸਤੂ ਦਾ ਜੋ ਗੁਰੂ ਸੀ ਉਹ ਪਲੂਟੋ ਸੀਗਾ। ਸਿਕੰਦਰ ਦਾ ਸੈਨਾਪਤੀ ਸੈਲਿਓਕਸ ਨਿਕੇਟਰ ਸੀਗਾ। 325 BC ਵਿੱਚ ਸਿਕੰਦਰ ਬਿਆਸ ਨਦੀ ਤੋਂ ਵਾਪਸ ਚਲਾ ਗਿਆ ਕਿਉਂਕਿ ਸਿਕੰਦਰ ਦੀ ਸੈਨਾ ਨੇ ਬਿਆਸ ਨਦੀ ਪਾਰ ਕਰਨ ਤੋਂ ਮਨਾ ਕਰ ਦਿੱਤਾ ਸੀ। 323 BC ਵਿੱਚ 33 ਸਾਲ ਦੀ ਉਮਰ ਵਿੱਚ ਸਿਕੰਦਰ ਦੀ ਬੇਬੀਲੋਨ ਵਿਖੇ ਮੌਤ ਹੋ ਗਈ ਸੀ। ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ। ਮੁੰਬਈ ਨੂੰ ਸਮੁੰਦਰੀ ਮਾਰਗ ਦਾ ਪ੍ਰਵੇਸ਼ ਦੁਆਰ ਕਿਹਾ ਜਾਂਦਾ ਹੈ। ਅੱਗੇ ਗੁਲਾਮ ਵੰਸ਼ 1206 ਤੋਂ 1290। ਗੁਲਾਮ ਵੰਸ਼ ਦੇ ਸ਼ਾਸਕ ਕਿਹੜੇ ਸੀਗੇ? ਕੁਤਬਦੀਨ ਐਬਕ 1206 ਤੋਂ 1210 ਪਹਿਲਾ ਸੀ ਇਹ ਸ਼ਾਸਕ ਸੀਗਾ। ਆਗਮ ਸ਼ਾਹ 1210 ਤੋਂ 1211 ਕੇਵਲ 8 ਮਹੀਨੇ ਇਸਨੇ ਜੋ ਰਾਜ ਕੀਤਾ ਸੀ। ਇਲਤੁਤਮਿਸ 1211 ਤੋਂ 1136। ਰੁਕਨੁਦੀਨ ਫਿਰੋਜ਼ਪੁਰ 1236। ਇਸ ਤੋਂ ਬਾਅਦ ਆਉਂਦੀ ਹੈ ਰਜੀਆ ਸੁਲਤਾਨ 1236 ਤੋਂ 1240। ਇਸ ਤੋਂ ਬਾਅਦ 6ਵੇਂ ਨੰਬਰ ਤੇ ਹੈ ਮੁਇਜ਼ਦੀਨ ਬਹਿਰਾਮ ਸ਼ਾਹ 1240 ਤੋਂ 1242। 7ਵੇਂ ਨੰਬਰ ਤੇ ਆਉਂਦਾ ਹੈ ਅਲਾਉਦੀਨ ਮਸੂਦ ਸ਼ਾਹ 1242 ਤੋਂ 1246। ਨਸਰੁਦੀਨ ਮਹਿਮੂਦ 1246 ਤੋਂ 1265। ਬਲਬਨ 1265 ਤੋਂ 1286। ਮੁਹੰਮਦ ਬੁਗਾਰਾ ਖਾਂ 1286। ਕੇਖੋਮਰੋ ਕੇਕਬਾਦ 1286। ਕੇਕੂਬਾਦ 1286 ਤੋਂ 1290 ਅਤੇ ਕੈਮੂਰਸ ਅੰਤਿਮ ਸੀਗਾ ਜਿਹੜਾ ਉਹ 1290। ਤਾਂ ਅੱਗੇ ਅਸੀਂ ਵਿਸਤਾਰ ਨਾਲ ਗੱਲ ਕਰਾਂਗੇ ਕੁਤਬਦੀਨ ਐਬਕ ਬਾਰੇ। 1206 ਤੋਂ 1210 ਜੋ ਤੁਰਕਿਸਤਾਨ ਦਾ ਮੂਲ ਨਿਵਾਸੀ ਸੀਗਾ। ਇਲਵਰੀ ਤੁਰਕ ਨਾਲ ਸੰਬੰਧ ਰੱਖਦਾ ਸੀ। ਸੰਸਥਾਪਕ ਹੈ ਜੋ ਉਸਨੇ ਗੁਲਾਮ ਵੰਸ਼ ਅਤੇ ਕੁਤਬੀ ਸ਼ਾਸਨ ਦੀ ਸਥਾਪਨਾ ਕੀਤੀ ਸੀ। ਇਹਦੀ ਰਾਜਧਾਨੀ ਹੈ ਜੋ ਲਾਹੌਰ ਸੀ। ਕੁਤਬਦੀਨ ਐਬਕ ਮੁਹੰਮਦ ਗੋਰੀ ਦਾ ਗੁਲਾਮ ਅਤੇ ਯੋਗ ਸੈਨਾਪਤੀ ਸੀ।
ਦਿੱਲੀ ਦਾ ਪਹਿਲਾ ਤੁਰਕ ਸ਼ਾਸਕ ਸੀਗਾ ਕੁਤਬਦੀਨ ਐਬਕ। ਅੱਗੇ ਇਹਦੇ ਰਾਜ ਅਭਿਸ਼ੇਕ ਦੀ ਗੱਲ ਕਰਾਂਗੇ। 24 ਜਾਂ 25 ਜੂਨ 1206 ਵਿੱਚ ਇਹਦਾ ਜੋ ਰਾਜ ਅਭਿਸ਼ੇਕ ਹੋਇਆ ਸੀ। ਉਪਾਧੀ ਹੈ ਜਿਸ ਨੇ ਮਾਲਿਕ, ਸਿਪ ਸਾਲਾਰ ਅਤੇ ਲੱਖ ਬਖਸ਼, ਮੀਨ ਲੱਖਾਂ ਦਾ ਦਾਨ ਦੇਣ ਵਾਲਾ, ਇਸ ਦੀ ਉਦਾਰਤਾ ਕਰਕੇ ਇਸ ਨੂੰ ਲੱਖ ਬਖਸ਼ ਕਿਹਾ ਜਾਂਦਾ ਸੀ। ਅੱਗੇ ਕੁਤਬ ਮੀਨਾਰ ਦਾ ਨਿਰਮਾਣ ਸੀਗਾ, ਨੀਂਹ ਪੱਥਰ ਸੀ, ਇਹ ਕੁਤਬਦੀਨ ਐਬਕ ਨੇ ਰੱਖਿਆ, ਪਰ ਇਸ ਨੂੰ ਜਿਹੜਾ ਪੂਰਾ ਸੀਗਾ ਉਹ ਇਲਤੁਤਮਿਸ਼ ਨੇ ਕਰਵਾਇਆ ਸੀ। ਕੁਤਬ ਮੀਨਾਰ ਬਣਵਾਇਆ ਸੀ ਤਾਂ ਕੁਤਬਦੀਨ ਐਬਕ ਨੇ, ਜਿਵੇਂ ਪਹਿਲਾਂ ਤੁਹਾਨੂੰ ਦੱਸ ਦਿੱਤਾ ਹੈ। ਇਸ ਨੂੰ ਜੋ ਆਪਣੇ ਗੁਰੂ ਖਵਾਜਾ ਬਖਤਿਆਰ ਕਾਕੀ ਦੀ ਯਾਦ ਵਿੱਚ ਬਣਵਾਇਆ ਸੀ ਕੁਤਬ ਮੀਨਾਰ ਨੂੰ ਕੁਤਬਦੀਨ ਐਬਕ ਨੇ। ਅੱਗੇ ਕੁਤਬ ਮੀਨਾਰ ਦੀ ਅਸੀਂ ਗੱਲ ਕਰਾਂਗੇ ਤਾਂ ਕੁਤਬ ਮੀਨਾਰ ਸੀ ਜਿਹੜਾ ਉਹ 23 ਜਾਂ 238 ਫੁੱਟ ਉੱਚਾ ਹੈ, ਲਗਭਗ 72-73 ਮੀਟਰ। ਇਹ ਮਹਿਰੌਲੀ ਦਿੱਲੀ ਦੇ ਵਿੱਚ ਸਥਿਤ ਹੈ। ਕੁਤਬ ਮੀਨਾਰ ਦਾ ਦਰਵਾਜ਼ਾ ਅਲਾਈ ਦਰਵਾਜ਼ਾ ਹੈ। ਇਸ ਨੂੰ ਜੋ ਅਲਾਉਦੀਨ ਖਿਲਜੀ ਨੇ ਬਣਵਾਇਆ ਸੀ। ਕੁਤਬ ਮੀਨਾਰ ਦੀਆਂ 5 ਮੰਜ਼ਿਲਾਂ ਹਨ, ਜਿਸ ਵਿੱਚ 2 ਮੰਜ਼ਿਲਾਂ ਕੁਤਬਦੀਨ ਐਬਕ ਨੇ ਅਤੇ 3 ਮੰਜ਼ਿਲਾਂ ਇਲਤੁਤਮਿਸ਼ ਨੇ ਬਣਵਾਈਆਂ ਸੀ। ਕੁਤਬ ਮੀਨਾਰ ਦਾ ਨਿਰਮਾਣ ਸੀਗਾ ਜਿਹੜਾ ਉਹ ਅਜ਼ਾਨ ਦੇਣ ਲਈ ਕੀਤਾ ਗਿਆ ਸੀ। ਅਜ਼ਾਨ ਦਾ ਮਤਲਬ ਮੁੱਲਾਂ ਦੁਆਰਾ ਬਾਂਗ ਦੇਣਾ। ਕੁਬਤ ਉਲ ਇਸਲਾਮ ਦਿੱਲੀ ਮਸਜਿਦ ਬਣਵਾਈ ਤਾਂ ਕੁਤਬਦੀਨ ਐਬਕ ਨੇ। ਭਾਰਤ ਵਿੱਚ ਬਣਨ ਵਾਲੀ ਇਹ ਪਹਿਲੀ ਮਸਜਿਦ ਸੀ। 2.5 ਦਿਨ ਦਾ ਝੋਪੜਾ ਮਸਜਿਦ ਇਹ ਜੋ ਅਜਮੇਰ ਵਿੱਚ ਬਣਵਾਈ ਸੀ। ਅੱਗੇ ਹਸਨ ਨਿਜ਼ਾਮੀ ਅਤੇ ਫਕਰ ਮੁਤਵਿਰ ਜੋ ਵਿਦਵਾਨ ਸੀ, ਜੋ ਕੁਤਬਦੀਨ ਐਬਕ ਦੇ ਦਰਬਾਰ ਵਿੱਚ ਰਹਿੰਦੇ ਸੀ। ਇਹਨਾਂ ਦੇ ਵਿਦਵਾਨਾਂ ਦੇ ਨਾਮ ਸੀਗੇ ਹਸਨ ਨਿਜ਼ਾਮੀ ਅਤੇ ਫਕਰ ਮੁਤਵਿਰ। ਇਹ 2 ਵਿਦਵਾਨ ਸੀਗੇ ਜਿਹੜੇ ਕੁਤਬਦੀਨ ਐਬਕ ਦੇ ਦਰਬਾਰ ਵਿੱਚ ਸੀ, ਜਿਹੜੇ ਰਿਹਾ ਕਰਦੇ ਸੀ। ਅੱਗੇ ਕੁਤਬਦੀਨ ਦਾ ਸੈਨਾਪਤੀ ਸਹਾਇਕ ਤਾਂ ਉਹ ਸੀਗਾ ਬਖਤਿਆਰ ਖਿਲਜੀ। ਇਸ ਨੇ ਜੋ ਨਾਲੰਦਾ ਯੂਨੀਵਰਸਿਟੀ ਨੂੰ ਨਸ਼ਟ ਕਰ ਦਿੱਤਾ ਸੀਗਾ। ਅੱਗੇ ਮੌਤ ਕੁਤਬਦੀਨ ਐਬਕ ਦੀ ਮੌਤ ਹੈ ਜੋ ਚੌਗਾਨ, ਜਿਹਨੂੰ ਪੋਲੋ ਕਹਿੰਦੇ ਨੇ, ਇਹ ਖੇਡਦੇ ਹੋਏ ਘੋੜੇ ਤੋਂ ਡਿੱਗ ਕੇ ਹੋਈ ਸੀ 1210 ਦੇ ਵਿੱਚ। ਕੁਤਬਦੀਨ ਐਬਕ ਦਾ ਮਕਬਰਾ ਤੇ ਇਹ ਮਕਬਰਾ ਹੈ ਜੀ ਲਾਹੌਰ ਦੇ ਵਿੱਚ। ਕੁਤਬਦੀਨ ਐਬਕ ਦੀ ਮੌਤ ਤੋਂ ਬਾਅਦ ਇਸ ਦਾ ਪੁੱਤਰ ਆਰਾਮ ਸ਼ਾਹ ਗੱਦੀ ਤੇ ਬੈਠਾ। ਇਹ 8 ਮਹੀਨਿਆਂ ਲਈ ਹੈ ਜੋ ਗੱਦੀ ਤੇ ਬੈਠਾ ਸੀ। ਇਹ ਇੱਕ ਅਯੋਗ ਸ਼ਾਸਕ ਸੀ, ਜਿਸ ਕਰਕੇ ਦਿੱਲੀ ਦੇ ਅਮੀਰਾਂ ਨੇ ਇਸ ਦੀ ਜਗ੍ਹਾ ਇਲਤੁਤਮਿਸ਼ ਨੂੰ ਗੱਦੀ ਤੇ ਬਿਠਾ ਦਿੱਤਾ ਸੀ। ਅੱਗੇ ਅਸੀਂ ਇਲਤੁਤਮਿਸ਼ ਬਾਰੇ ਗੱਲ ਕਰਾਂਗੇ। ਇਲਤੁਤਮਿਸ਼ ਸੀ ਜਿਹੜਾ ਇਲਬਲੀ ਤੁਰਕ ਨਾਲ ਸੰਬੰਧ ਰੱਖਦਾ ਸੀ। ਤਾਂ ਇਹ ਸੀ ਜਿਹੜਾ ਕੁਤਬਦੀਨ ਐਬਕ ਦਾ ਗੁਲਾਮ ਅਤੇ ਜਵਾਈ ਸੀ। 1229 ਵਿੱਚ ਬਗਦਾਦ ਦੇ ਹੈ ਜੋ ਖਲੀਫਾ ਤੋਂ ਸੁਲਤਾਨ ਦੀ ਉਪਾਧੀ ਇਸ ਨੇ ਪ੍ਰਾਪਤ ਕੀਤੀ ਸੀ। ਇਹ ਪਹਿਲਾ ਗੁਲਾਮ ਸ਼ਾਸਕ ਸੀ ਜਿਸ ਨੇ ਸੁਲਤਾਨ ਦੀ ਉਪਾਧੀ ਧਾਰਨ ਕੀਤੀ ਸੀ। ਕੁਤਬਦੀਨ ਐਬਕ ਦੀ ਮੌਤ ਸਮੇਂ ਇਲਤੁਤਮਿਸ਼ ਬਦਾਯੂ ਦਾ ਗਵਰਨਰ ਸੀ। ਰਾਜਧਾਨੀ ਇਸ ਨੇ ਜੋ ਲਾਹੌਰ ਤੋਂ ਦਿੱਲੀ ਬਣਾ ਲਈ ਸੀ। ਪਹਿਲਾ ਸੁਤੰਤਰ ਸ਼ਾਸਕ ਬਣਿਆ ਸੀ। ਇਸ ਨੇ ਜੋ ਸ਼ੁੱਧ ਅਰਬੀ ਦੇ ਸਿੱਕੇ ਜਾਰੀ ਕੀਤੇ, ਚਾਂਦੀ ਦਾ ਟੱਕਾ, ਤਾਂਬੇ ਦਾ ਜੀਤਲ ਇਸ ਨੇ ਆਪਣੇ ਨਾਂ ਦੇ ਸਿੱਕੇ ਚਲਾਏ। ਆਪਣੇ ਨਾਂ ਦਾ ਖੁਤਬਾ ਪੜ੍ਹਾਇਆ। ਖੁਤਬਾ ਮੀਨ ਲੋਕ ਰੱਬ ਦੇ ਨਾਂ ਤੋਂ ਬਾਅਦ ਰਾਜੇ ਦੀ ਬੰਦਗੀ ਕਰਦੇ ਸੀ ਤਾਂ ਇਹਨੂੰ ਖੁਤਬਾ ਕਿਹਾ ਜਾਂਦਾ ਸੀ। ਅੱਗੇ ਇਸ ਦੇ ਪਹਿਲਾ ਕੰਮ ਸੀਗਾ ਕੁਤਬ ਮੀਨਾਰ ਨੂੰ ਇਸਨੇ ਪੂਰਾ ਕਰਵਾਇਆ ਸੀ। ਦੂਸਰਾ ਕੰਮ ਸੀਗਾ ਇਕਾਹ ਪ੍ਰਣਾਲੀ। ਇਸ ਦਾ ਮੁਖੀ ਇਕਤਾਦਾਰ ਹੁੰਦਾ ਸੀ। ਇਹ ਪ੍ਰਣਾਲੀ ਸੀ ਜਿਹੜੀ ਕਰ ਇਕੱਠਾ ਕਰਨ ਲਈ ਬਣੀ ਸੀ। ਤੀਸਰਾ ਕੰਮ ਸੀਗਾ ਤੁਰਕ ਲਗਾਨੀ ਚਾਲੀਸਾ ਦਾ ਨਿਰਮਾਣ ਕਰਵਾਇਆ ਸੀ। ਚਾਲੀਸਾ ਤੋਂ ਭਾਵ ਸੀਗਾ 40 ਤੁਰਕ ਸਰਦਾਰਾਂ ਦਾ ਸਮੂਹ। ਚੌਥੇ ਨੰਬਰ ਤੇ ਹੋਜ ਸੁਲਤਾਨ ਦਾ ਨਿਰਮਾਣ ਕਰਵਾਇਆ ਸੀ ਦਿੱਲੀ ਦੇ ਵਿੱਚ ਕੁਨਾਹਾ ਦੇ। ਪੰਜਵੇਂ ਨੰਬਰ ਤੇ ਸੀਗਾ ਦਿੱਲੀ ਵਿੱਚ ਮਦਰਸੇ ਦਾ ਨਿਰਮਾਣ ਕਰਵਾਇਆ ਸੀ।
ਦਿੱਲੀ ਦੇ ਅਮੀਰਾਂ ਦਾ ਖਾਤਮਾ ਕੀਤਾ ਸੀ। ਉਜੈਨ 'ਤੇ ਹਮਲਾ 1234 ਤੋਂ 1235 ਦੇ ਵਿੱਚ ਉਜੈਨ ਦੇ ਮਹਾਬਾਲ ਮੰਦਰ 'ਤੇ ਹਮਲਾ ਕੀਤਾ ਸੀਗਾ। ਇਲਤੁਤਮਿਸ ਨੇ ਰਾਜਪੂਤਾਨਾ ਅਤੇ ਮਾਲਵੇ ਦੇ ਜਿਹੜੇ ਇਲਾਕੇ ਸੀ ਉਹਨਾਂ ਨੂੰ ਆਪਣੇ ਅਧੀਨ ਕਰ ਲਿਆ ਸੀ। ਅੱਗੇ ਜਲਦੋਸ਼ ਤਾਜੁਦੀਨ ਯੂਲਜ਼ ਅਤੇ ਨਸਰੁਦੀਨ ਕਬਾਬਾ ਦੀ ਸ਼ਕਤੀ ਨੂੰ ਖਤਮ ਕਰ ਦਿੱਤਾ ਸੀ ਇਸਨੇ। ਕੁਤਬਦੀਨ ਦੀ ਮੌਤ ਸਮਾਂ ਜਦੌੜ ਅਤੇ ਵਾਜਾ ਨੇ ਰਾਜ ਦਾ ਕੰਮ ਸੰਭਾਲਿਆ ਹੋਇਆ ਸੀ। ਖਵਾਰਿਜ਼ਮ ਦੇ ਸਮਰਾਟ ਜਲਾਲੂਦੀਨ ਚੰਗੇਜ਼ ਖਾਂ ਮੰਗੋਲ ਸ਼ਾਸਕ ਤੋਂ ਬਚਣ ਲਈ ਇਲਤੁਤਮਿਸ ਇਹਨਾਂ ਕੋਲ ਆਇਆ ਸੀ, ਜਿਸ ਨੂੰ ਹੈ ਜੋ ਇਲਤੁਤਮਿਸ ਨੇ ਸ਼ਰਨ ਨਹੀਂ ਦਿੱਤੀ ਸੀ। ਅੱਗੇ ਮੌਤ ਅਪ੍ਰੈਲ 1236 ਵਿੱਚ ਇਲਤੁਤਮਿਸ ਦੀ ਮੌਤ ਹੋ ਜਾਂਦੀ ਹੈ। ਅੱਗੇ ਇਲਤੁਤਮਿਸ ਦੀ ਮੌਤ ਤੋਂ ਬਾਅਦ ਰੁਕਨੁਦੀਨ ਫਿਰੋਜ਼ ਦਿੱਲੀ ਦਾ ਸ਼ਾਸਕ ਬਣਿਆ, ਪਰ ਉਹ ਅਯੋਗ ਸ਼ਾਸਕ ਸੀ, ਜਿਸ ਕਰਕੇ ਦਿੱਲੀ ਦੇ ਸਰਦਾਰਾਂ ਨੇ ਉਸ ਨੂੰ ਗੱਦੀ ਤੋਂ ਉਤਾਰ ਕੇ ਰਜ਼ੀਆ ਸੁਲਤਾਨਾ ਨੂੰ ਗੱਦੀ 'ਤੇ ਬਿਠਾਇਆ ਸੀ। ਉਹ 40 ਸਰਦਾਰ ਚਾਲੀਸਾ ਦੀ ਸੁਮੰਤ ਸੀ। ਸੁਮੰਤ ਤੋਂ ਭਾਵ ਰਾਜੇ ਦੇ ਹੇਠਾਂ ਕੰਮ ਕਰਨ ਵਾਲੇ। ਰਜ਼ੀਆ ਸੁਲਤਾਨ ਦਾ ਸਮਾਂ ਸੀ ਜਿਹੜਾ ਉਹ 1236 ਤੋਂ 1240 ਸੀ। ਭਾਰਤ ਦੀ ਪਹਿਲੀ ਅਤੇ ਅੰਤਮ ਮਹਿਲਾ ਸ਼ਾਸਕ ਇਲਤੁਤਮਿਸ ਦੀ ਪੁੱਤਰੀ ਰਜ਼ੀਆ ਸੁਲਤਾਨ ਸੀ। ਰਜ਼ੀਆ ਸੁਲਤਾਨ ਨੇ ਹੈ ਜੋ ਆਪਣੇ ਲਈ ਪਰਦਾ ਪ੍ਰਥਾ ਦਾ ਤਿਆਗ ਕਰ ਦਿੱਤਾ ਸੀ। ਹੁਣ ਉਹ ਮਰਦਾਂ ਦੀ ਤਰ੍ਹਾਂ ਚੋਗਾ ਕਾਂਬਾ, ਮਹਾਰਾਜਿਆਂ ਦੀ ਪੋਸ਼ਾਕ, ਕੁਲਾਹ, ਟੋਪੀ ਪਹਿਨ ਕੇ ਦਰਬਾਰ ਵਿੱਚ ਉਸਨੇ ਜੋ ਆਉਣਾ ਸ਼ੁਰੂ ਕਰ ਦਿੱਤਾ ਸੀ। ਇਸ ਦੇ ਪ੍ਰੇਮੀ ਦਾ ਨਾਂ ਸੀ ਜਿਹੜਾ ਉਹ ਮਲਿਕ ਮਾਲੂਦੀਨ ਯਾਕੂਤ ਸੀ। ਰਜ਼ੀਆ ਨੇ ਹੈ ਜੋ ਯਾਕੂਤ ਨੂੰ ਇੱਕ ਉਪਾਧੀ ਦਿੱਤੀ ਸੀ। ਉਸ ਉਪਾਧੀ ਦਾ ਨਾਮ ਸੀ ਜਿਹੜਾ ਉਹ ਅਮੀਰ ਏ ਆਖੁਰ ਸੀ। ਅਮੀਰ ਏ ਆਖਰ ਤੋਂ ਭਾਵ ਸੀ ਘੋੜਿਆਂ ਦਾ ਸਰਦਾਰ। ਅੱਗੇ ਵਿਆਹ ਯਾਨੀ ਕਿ ਨਿਕਾਹ ਬਠਿੰਡਾ ਦੇ ਸ਼ਾਸਕ ਅਲਤੂਨੀਆ ਨਾਲ ਹੈ ਜੋ ਰਜ਼ੀਆ ਦਾ ਨਿਕਾਹ ਹੋਇਆ ਸੀ। ਗੈਰ ਤੁਰਕਾਂ ਨੂੰ ਸਮੰਤ ਬਣਾਉਣ 'ਤੇ ਤੁਰਕ ਅਮੀਰ ਇਸ ਦੇ ਵਿਰੁੱਧ ਹੋ ਗਏ ਸੀ। ਉਹਨਾਂ ਨੇ ਰਜ਼ੀਆ ਨੂੰ ਗੱਦੀ ਤੋਂ ਉਤਾਰ ਕੇ ਬੰਦੀ ਬਣਾ ਲਿਆ ਸੀ ਅਤੇ ਉਸ ਦੀ ਥਾਂ ਮੁਈਜ਼ਦੀਨ ਮਹਿਰਾਮ ਸ਼ਾਹ ਨੂੰ ਗੱਦੀ 'ਤੇ ਬਿਠਾਇਆ। ਰਜ਼ੀਆ ਨੇ ਹੈ ਜੋ ਦੁਬਾਰਾ ਗੱਦੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੀ ਸੀ। ਇਲਤੁਤਮਿਸ ਦੇ ਪੁੱਤਰ ਬਹਿਰਾਮ ਸ਼ਾਹ ਨੇ ਬਠਿੰਡੇ ਤੋਂ ਦਿੱਲੀ ਆਉਂਦੇ ਹੋਏ ਰਜ਼ੀਆ ਅਤੇ ਅਲਤੂਨੀਆ ਦੀ 13 ਅਕਤੂਬਰ 1240 ਵਿੱਚ ਕੈਥਲ ਦੇ ਨੇੜੇ ਡਾਕੂਆਂ ਦੁਆਰਾ ਜੋ ਹੱਤਿਆ ਕਰਵਾ ਦਿੱਤੀ ਸੀ। ਤੁਰਕਾਂ ਦੁਆਰਾ ਬਹਿਰਾਮ ਸ਼ਾਹ ਨੂੰ ਬੰਦੀ ਬਣਾ ਲਿਆ ਗਿਆ ਸੀ। 1242 ਵਿੱਚ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਅਲਾਉਦੀਨ ਮਸੂਦ ਗੱਦੀ 'ਤੇ ਬੈਠਾ, ਪਰ 1246 ਵਿੱਚ ਬਲਬਨ ਨੇ ਧੋਖੇ ਨਾਲ ਅਲਾਉਦੀਨ ਮਸੂਦ ਸ਼ਾਹ ਨੂੰ ਗੱਦੀ ਤੋਂ ਹਟਾ ਕੇ ਨਸਰੁਦੀਨ ਮਹਿਮੂਦ ਨੂੰ ਗੱਦੀ 'ਤੇ ਬਿਠਾ ਦਿੱਤਾ ਸੀ। ਬਲਬਨ ਨੇ ਜੋ ਆਪਣੀ ਪੁੱਤਰੀ ਦਾ ਵਿਆਹ ਨਸਰੁਦੀਨ ਨਾਲ ਕਰ ਦਿੱਤਾ ਸੀ। ਅੱਗੇ ਜੋ ਇਹ ਨਸਰੁਦੀਨ ਮਹਿਮੂਦ ਸੀਗਾ, ਇੱਕ ਅਜਿਹਾ ਵਿਅਕਤੀ ਸੀ, ਅਜਿਹਾ ਸੁਲਤਾਨ ਸੀ ਜੋ ਟੋਪੀਆਂ ਬਣਾ ਕੇ ਆਪਣਾ ਗੁਜ਼ਾਰਾ ਕਰਿਆ ਕਰਦਾ ਸੀ। ਸੋ ਦੋਸਤੋ, ਇਹ ਦਿੱਲੀ ਸਲਤਨਤ ਦੇ ਗੁਲਾਮ ਵੰਸ਼ ਦੇ ਹੈ ਜੋ ਪਹਿਲੇ 5 ਸ਼ਾਸਕ ਸੀਗੇ, ਜਿਨ੍ਹਾਂ ਦੀ ਤੁਹਾਨੂੰ ਅਸੀਂ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਹੈ। ਕੰਟੀਨਿਊ ਇਹ ਚੈਪਟਰ ਚੱਲਦੇ ਰਹਿਣਗੇ। ਟੋਟਲ ਹੈ ਜੋ 13 ਸ਼ਾਸਕ ਨੇ, ਜਿਨ੍ਹਾਂ ਦੀ ਅਸੀਂ ਤੁਹਾਨੂੰ ਵਿਸਤਾਰ ਸਹਿਤ ਜਾਣਕਾਰੀ ਦੇਵਾਂਗੇ। ਸੋ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਧੰਨਵਾਦ ਜੀ।